ਅੱਜ ਤੋਂ ਸ਼ੁਰੂ ਕਰਾਂਗੇ ਜੀ ਫਿਜ਼ੀਕਲ ਜੀਓਗ੍ਰਾਫੀ ਦੇ ਪ੍ਰਸ਼ਨ UPSC ਪ੍ਰੀਵੀਅਸ ਈਅਰਸ ਸੋਲਵਡ ਪੇਪਰਸ ਵਿੱਚ ਫਿਜ਼ੀਕਲ ਜੀਓਗ੍ਰਾਫੀ ਭਾਵ ਭੌਤਿਕ ਜੀਓਗ੍ਰਾਫੀ ਭੌਤਿਕ ਭੂਗੋਲ ਮਾਈਸੈਲਫ ਪ੍ਰਗਟ ਸਿੰਘ MSc ਇਨਵਾਇਰਨਮੈਂਟਲ ਸਾਇੰਸਸ ਫਰੋਮ JNU। ਮੈਂ UPSC ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪ੍ਰੀ ਐਗਜ਼ਾਮ ਮਲਟੀਪਲ ਟਾਈਮਸ ਕਲੀਅਰ ਕੀਤਾ ਜੀ। ਦੇਖਦੇ ਹਾਂ ਜੀ ਇਹ ਮੀਟੀਓਰ ਕੀ ਹੁੰਦਾ ਜੀ। ਮੀਟੀਓਰ ਜਦੋਂ ਅਸੀਂ ਕਈ ਵਾਰ ਕਹਿੰਦੇ ਨਹੀਂ ਰਾਤ ਨੂੰ ਕਿ ਮੈਂ ਟੁੱਟਦਾ ਤਾਰਾ ਦੇਖਿਆ, ਉਹ ਬੇਸਿਕਲੀ ਟੁੱਟਦਾ ਤਾਰਾ ਨਹੀਂ ਹੁੰਦਾ, ਉਹ ਮੀਟੀਓਰ ਹੁੰਦੇ ਜੀ। ਇਹ ਪੀਸ ਆਫ ਮੈਟਰ ਡਬਲ ਟੀ ਆ ਇੱਥੇ ਜੀ, ਡਬਲ ਟੀ which has entered the earth's atmosphere from outer space। ਮੰਨ ਲਓ ਆ ਧਰਤੀ ਆ, ਠੀਕ ਆ, ਕੋਈ ਬਾਹਰੋਂ ਕੋਈ ਮੈਟਰ ਦਾ ਟੁਕੜਾ ਕੁਛ ਵੀ ਹੋ ਸਕਦਾ ਜੀ, ਮਿੱਟੀ ਟਾਈਪ, ਉਹ ਧਰਤੀ ਦੇ ਐਟਮੋਸਫੇਅਰ 'ਚ ਐਂਟਰ ਕਰ ਗਿਆ ਅਤੇ ਐਟਮੋਸਫੇਅਰ ਵਿੱਚ ਉਹ ਘਰਸ਼ਣ ਕਰਕੇ ਇੰਨਾ ਗਰਮ ਹੋ ਜਾਂਦਾ ਕਿ ਉਹਨੂੰ ਅੱਗ ਲੱਗ ਜਾਂਦੀ, ਉਹਨੂੰ ਕਹਿੰਦੇ ਜੀ ਉਲਕਾ ਮੀਟੀਓਰ। ਅਤੇ ਜਿਹੜਾ ਧਰਤੀ ਤੱਕ ਪਹੁੰਚ ਗਿਆ ਉਹਨੂੰ ਕਹਿੰਦੇ ਜੀ ਮੀਟੀਓਰਾਈਟ, ਉਲਕਾ ਪਿੰਡ। ਆਨਸਰ ਹੈ ਜੀ B। ਉਲਕਾ ਇੱਕ ਛੋਟਾ ਆਕਾਸ਼ੀ ਪਦਾਰਥ ਹੁੰਦਾ ਹੈ ਜੋ ਧਰਤੀ ਦੇ ਗੁਰਤਾ ਸ਼ਕਤੀ ਦੁਆਰਾ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ ਜਾਂਦਾ ਹੈ। ਜਦੋਂ ਉਹ ਇਸ ਦੇ ਨੇੜੇ ਜਾਂਦੇ ਹਨ, ਭਾਵ ਕੋਈ ਉਲਕਾ ਪਿੰਡ ਵਗੈਰਾ ਧਰਤੀ ਦੇ ਲਾਗਿਓਂ ਲੰਘਿਆ ਅਤੇ ਧਰਤੀ ਦੀ ਗ੍ਰੈਵਿਟੀ ਕਰਕੇ ਉਹ ਧਰਤੀ ਵੱਲ ਨੂੰ ਆ ਜਾਂਦੇ ਆ ਜੀ। ਮੀਟੀਓਰਸ ਆਮ ਤੌਰ 'ਤੇ ਮੀਜ਼ੋਸਫੀਅਰ, ਆਹ ਧਰਤੀ ਆ ਜੀ, ਧਰਤੀ ਦੇ ਉੱਤੇ ਜਿਹੜੀਆਂ ਐਟਮੋਸਫੇਅਰ ਦੀਆਂ ਲੇਅਰਾਂ ਆ, ਪਹਿਲੀ ਆ ਜੀ ਟ੍ਰੋਪੋਸਫੀਅਰ, ਫਿਰ ਆਉਂਦੀ ਜੀ ਸਟ੍ਰੈਟੋਸਫੀਅਰ, ਠੀਕ ਹੈ ਜੀ। ਉਸ ਤੋਂ ਉੱਤੇ ਆ ਜੀ ਮੀਜ਼ੋਸਫੀਅਰ ਵਿੱਚ ਹੁੰਦੇ ਆ ਜੀ, ਜ਼ਿਆਦਾਤਰ ਸਾਨੂੰ ਦਿਖਾਈ ਦਿੰਦੇ ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਮੀਟੀਓਰ ਐਟਮੋਸਫੇਅਰ ਦੀ ਕਿਹੜੀ ਲੇਅਰ ਵਿੱਚ ਜ਼ਿਆਦਾਤਰ ਹੁੰਦੇ ਆ ਜੀ। ਇਹ ਹੈ ਜੀ ਮੀਜ਼ੋਸਫੀਅਰ ਵਿੱਚ, ਜੋ ਕਿ 75 ਤੋਂ 100 ਕਿਲੋਮੀਟਰ ਦੀ ਉਚਾਈ ਵਿੱਚ ਹੁੰਦੇ ਆ ਜੀ। ਕੀ ਰੇਂਜ ਆ ਜੀ ਮੀਜ਼ੋਸਫੀਅਰ ਦੀ ਧਰਤੀ ਤੋਂ? ਤਕਰੀਬਨ 100 ਕਿਲੋਮੀਟਰ, 75 ਤੋਂ 100 ਕਿਲੋਮੀਟਰ। ਮੀਜ਼ੋਸਫੀਅਰ ਯਾਦ ਰੱਖ ਲਓ ਤੁਸੀਂ ਜੀ। ਅੱਗੇ ਦੇਖੋ, which one of the following does not belong to biosphere reserves set up so far। ਦੇਖੋ ਬਾਇਓਸਫੀਅਰ ਦੀ ਕੈਟਾਗਰੀ ਵਿੱਚ ਨਹੀਂ ਹੈ ਜੀ। ਗ੍ਰੇਟ ਨਿਕੋਬਾਰ ਹੈ ਜੀ, ਸੁੰਦਰਬਨ ਤਾਂ ਹੈ ਹੀ ਹੈ, ਨੰਦਾ ਦੇਵੀ ਹੈ, ਗਲਫ ਆਫ ਕੱਛ ਨਹੀਂ ਹੈ ਜੀ। ਜਦੋਂ ਸਵਾਲ ਪੁੱਛਿਆ ਗਿਆ ਨਾ ਉਸ ਸਮੇਂ ਗਲਫ ਆਫ ਕੱਛ ਬਾਇਓਸਫੀਅਰ ਦੀ ਸ਼੍ਰੇਣੀ ਵਿੱਚ ਨਹੀਂ ਸੀ। ਦੇਖੋ ਜੀ ਇਹ ਤੁਸੀਂ ਨਾ ਅਪਡੇਟ ਕਰਦੇ ਰਹਿਣਾ ਆ, ਕਿਉਂਕਿ ਨਵੇਂ ਬਾਇਓਸਫੀਅਰ ਬਣਦੇ ਆ। The graph given below shows the mean average monthly temperatures in degrees Celsius and mean monthly rainfall in centimeters of a place। ਕਿਸੇ ਜਗ੍ਹਾ ਦਾ ਕਿੰਨਾ ਉਹਦਾ ਮੀਨ ਟੈਂਪਰੇਚਰ ਆ ਅਤੇ ਕਿੰਨਾ ਉੱਥੇ ਰੇਨਫਾਲ ਹੁੰਦੀ ਆ, ਉਹ ਦੱਸਿਆ ਜੀ ਪੂਰੇ ਸਾਲ ਦਾ। ਦੱਸੋ ਜੀ ਇਹ ਕਿਹੜੇ ਕਲਾਈਮੇਟਿਕ ਜ਼ੋਨ ਦੀ ਗੱਲ ਹੋ ਰਹੀ ਹੈ ਜੀ, ਕਿਹੜੇ ਕਲਾਈਮੈਟਿਕ ਜ਼ੋਨ ਦੀ ਗੱਲ ਹੋ ਰਹੀ ਹੈ ਵਰਲਡ ਦੇ। ਦੇਖੋ ਜਨਵਰੀ ਦੀ ਗੱਲ ਕਰੀਏ, ਟੈਂਪਰੇਚਰ ਘੱਟ ਸੀ, ਫਿਰ ਵਧਿਆ, ਮਾਰਚ ਅਪ੍ਰੈਲ 'ਚ ਵਧਿਆ, ਫਿਰ ਮਈ ਜੂਨ 'ਚ ਥੋੜ੍ਹਾ ਘਟਿਆ, ਫਿਰ ਅੱਗੇ ਥੋੜ੍ਹਾ ਵਧਣ ਲੱਗ ਗਿਆ, ਜੁਲਾਈ ਅਗਸਤ ਸਤੰਬਰ 'ਚ ਵਧਿਆ, ਫਿਰ ਸਰਦੀਆਂ ਆਈਆਂ, ਅਕਤੂਬਰ ਨਵੰਬਰ ਦਸੰਬਰ 'ਚ ਘਟ ਗਿਆ, ਠੀਕ ਹੈ ਜੀ, ਮਤਲਬ ਘੱਟ ਵੱਧ ਰਿਹਾ। ਉਸੇ ਪ੍ਰਕਾਰ ਰੇਨਫਾਲ ਦੇਖ ਲਓ ਜੀ, ਰੇਨਫਾਲ ਪਹਿਲਾਂ ਘੱਟ ਸੀ, ਫਿਰ ਵੱਧ ਗਈ ਕਾਫੀ, ਫਿਰ ਘੱਟ ਗਈ, ਫਿਰ ਵੱਧ ਗਈ। ਰੇਨਫਾਲ ਵੀ ਫਲਕਚੁਏਟ ਹੋ ਰਹੀ ਆ, ਟੈਂਪਰੇਚਰ ਵੀ ਫਲਕਚੁਏਟ ਹੋ ਰਿਹਾ ਆ, ਅਤੇ ਕੋਈ ਜ਼ਿਆਦਾ ਨਹੀਂ ਹੋ ਰਿਹਾ। ਮੀਨ ਇਹਨਾਂ ਦਾ ਜਿਹੜਾ ਟੈਂਪਰੇਚਰ 25 ਤੱਕ ਹੀ ਰਹਿ ਰਿਹਾ ਆ, ਅਤੇ ਰੇਨਫਾਲ ਵੀ ਆਹੀ 25 ਤੋਂ 30 ਦੇ ਵਿੱਚ ਵੱਧ ਤੋਂ ਵੱਧ 30 ਤੱਕ ਗਈ ਆ, 30 ਤੋਂ ਵੀ ਥੱਲੇ ਹੀ ਆ, ਰੇਨਫਾਲ ਵੀ ਘੱਟ ਹੀ ਆ। ਇਹ ਜੀ ਵੈਟ ਐਂਡ ਡਰਾਈ ਟ੍ਰੋਪੀਕਲ ਰੀਜਨ ਆ ਜੀ। ਟ੍ਰੋਪੀਕਲ ਰੀਜਨ ਧਰਤੀ ਦੇ ਭੂਮੱਧ ਰੇਖਾ ਦੇ 30-35 ਡਿਗਰੀ ਉੱਪਰ ਤੱਕ, 30-35 ਡਿਗਰੀ ਥੱਲੇ ਲੈਟੀਟਿਊਡ ਤੱਕ ਕਹਿੰਦੇ ਆ ਜੀ ਟ੍ਰੋਪੀਕਲ ਰੀਜਨ। ਇਹ ਵੈਟ ਐਂਡ ਡਰਾਈ ਟ੍ਰੋਪੀਕਲ ਰੀਜਨ ਆ ਜੀ। In the graph the temperature ranges from 15 to 25 degree। ਟੈਂਪਰੇਚਰ ਦੀ ਰੇਂਜ 15 ਤੋਂ 25 ਡਿਗਰੀ ਤੱਕ ਆ। ਇਸ ਕਰਕੇ the graph indicates wet and dry tropical regions and in this region rainfall does not exceed 25 centimeter। ਅੱਗੇ ਦੇਖੋ ਵਿਲੀ ਕੀ ਹੈ ਜੀ। ਵਿਲੀ ਜੀਓਗ੍ਰਾਫੀ ਤੁਸੀਂ ਥੋੜ੍ਹੀ ਪੜ੍ਹੀ ਹੋਊਗੀ, ਤੁਹਾਨੂੰ ਪਤਾ ਹੋਏਗਾ। ਜਿਹੜੇ ਟ੍ਰੋਪੀਕਲ ਸਾਈਕਲੋਨਸ ਹੁੰਦੇ ਆ ਨਾ ਭੂਮੱਧ ਰੇਖਾ ਦੇ ਕੋਲ, ਮੈਂ ਦੱਸਿਆ ਟ੍ਰੋਪੀਕਲ ਏਰੀਆ ਕਿਹੜਾ ਹੋਇਆ, ਭੂਮੱਧ ਰੇਖਾ ਤੋਂ 30-35 ਡਿਗਰੀ ਉੱਪਰ ਲੈਟੀਟਿਊਡ, 30-35 ਡਿਗਰੀ ਲੈਟੀਟਿਊਡ ਥੱਲੇ, ਉਹਨੂੰ ਕਹਿੰਦੇ ਜੀ ਟ੍ਰੋਪੀਕਲ ਰੀਜਨ।
ਟ੍ਰੋਪੀਕਲ ਰੀਜਨ ਵਿੱਚ ਜਿਹੜੇ ਸਾਈਕਲੋਨ ਆਉਂਦੇ ਆ ਉਹਨਾਂ ਦੇ ਅਲੱਗ-ਅਲੱਗ ਨਾਂ ਆ ਤੇ ਬਿੱਲੀ ਨਾਰਥ ਵੈਸਟ ਆਸਟ੍ਰੇਲੀਆ ਵਿੱਚ ਇਹਨੂੰ ਕਿਹਾ ਜਾਂਦਾ ਜੀ। ਆਂਸਰ ਹੈ ਜੀ ਸੀ। ਥੋੜਾ ਪੜ੍ਹ ਲਈਏ ਜੀ। ਦੇਖੋ, ਇਹ ਟ੍ਰੋਪੀਕਲ ਸਾਈਕਲੋਨਸ ਨੂੰ ਹਰੀਕੇਨਸ ਕਹਿੰਦੇ ਆ। ਕਿੱਥੇ? ਅਟਲਾਂਟਿਕ ਐਂਡ ਈਸਟਰਨ ਤੇ ਸੈਂਟਰਲ ਪੈਸੀਫਿਕ ਓਸ਼ਨ ਵਿੱਚ ਅਤੇ ਅਟਲਾਂਟਿਕ ਵਿੱਚ ਕੀ ਕਹਿੰਦੇ ਆ ਜੀ? ਹਰੀਕੇਨਸ। ਠੀਕ। ਟਾਈਫੂਨ ਕਹਿੰਦੇ ਆ ਜੀ ਵੈਸਟਰਨ ਪੈਸੀਫਿਕ ਓਸ਼ਨ ਕਿਹੜਾ ਹੋਇਆ? ਇਹ ਤੁਹਾਡੇ ਜਾਪਾਨ ਸਾਈਡ। ਠੀਕ। ਸਾਈਕਲੋਨਿਕ ਸਟੋਰਮਸ ਕਹਿੰਦੇ ਆ ਜੀ ਨਾਰਦਰਨ ਇੰਡੀਅਨ ਓਸ਼ਨ, ਇੰਡੀਆ ਵੱਲ ਕੀ ਕਹਿੰਦੇ ਇਹਨੂੰ? ਸਾਈਕਲੋਨ ਕਹਿੰਦੇ ਆ। ਟ੍ਰੋਪੀਕਲ ਸਾਈਕਲੋਨ ਸਿੰਪਲੀ ਸਾਊਦਰਨ ਇੰਡੀਅਨ ਓਸ਼ਨ ਕਹਿ ਦਿੰਦੇ ਆ। ਸਾਈਕਲੋਨ ਕਿੱਥੇ ਕਹਿੰਦੇ ਜੀ? ਸਾਊਥ ਵੈਸਟਰਨ ਪੈਸੀਫਿਕ ਓਸ਼ਨ। ਠੀਕ ਹੈ, ਸਾਊਥ ਵੈਸਟ ਪੈਸੀਫਿਕ ਓਸ਼ਨ। ਇਹ ਤੁਸੀਂ NCERT ਵਿੱਚ ਪੜ੍ਹਿਆ ਹੋਏਗਾ, ਬੇਸਿਕ ਕਿਤਾਬਾਂ ਵਿੱਚ ਇਹ ਗੱਲਾਂ ਲਿਖੀਆਂ ਜੀ। ਤੇ ਬਿੱਲੀ ਕਿੱਥੇ ਕਹਿੰਦੇ ਆ? ਆਸਟ੍ਰੇਲੀਆ ਵਿੱਚ। Which one of the following is the continent with the highest mean elevation in the world? ਦੱਸੋ ਜੀ। ਸਮੁੰਦਰ ਤੋਂ ਸਭ ਤੋਂ ਜ਼ਿਆਦਾ ਉਚਾਈ ਔਨ ਐਵਰੇਜ ਉਹ ਕਿਹੜੇ ਕੰਟੀਨੈਂਟ ਦੀ ਆ? ਦੇਖੋ, ਆਹ ਧਰਤੀ ਆ। ਠੀਕ। ਆਹ ਹੈਗੀ ਭੂਮੱਧ ਰੇਖਾ ਤੇ ਭੂਮੱਧ ਰੇਖਾ ਤੋਂ ਜਦੋਂ ਤੋਂ ਤੁਸੀਂ ਉੱਤੇ ਨੂੰ ਜਾਂਦੇ ਆ, ਠੀਕ, ਤੇ ਆਮ ਤੌਰ ਤੇ ਇਹ ਮੰਨਿਆ ਜਾਂਦਾ ਹਾਂ ਵੀ ਉਚਾਈ ਜ਼ਿਆਦਾ ਹੁੰਦੀ ਹੈ। ਤਾਂ ਸਿੰਪਲੀ ਅੰਟਾਰਕਟਿਕਾ ਅਜਿਹਾ ਕੰਟੀਨੈਂਟ ਆ ਜਿਹਦੀ ਮੀਨ ਐਲੀਵੇਸ਼ਨ ਸਭ ਤੋਂ ਜ਼ਿਆਦਾ ਹੈ ਜੀ ਵਰਲਡ ਵਿੱਚ। ਅੰਟਾਰਕਟਿਕਾ ਕਿੱਥੇ ਆ ਜੀ? ਸਾਊਥ ਪੋਲ ਵਾਲਾ ਏਰੀਆ, ਦੱਖਣ ਧਰੁਵ ਵਾਲਾ ਏਰੀਆ ਜਿੱਥੇ ਬਰਫ਼ ਜੰਮੀ ਰਹਿੰਦੀ ਆ। Which one of the following layers of the atmosphere is responsible for the deflection of radio waves? ਦੱਸੋ ਜੀ। ਰੇਡੀਓ ਵੇਵ ਦੀ ਡਿਫਲੈਕਸ਼ਨ ਲਈ ਕਿਹੜੀ ਲੇਅਰ ਰਿਸਪੌਂਸੀਬਲ ਹੁੰਦੀ ਆ? ਟ੍ਰੋਪੋਸਫੀਅਰ, ਸਟ੍ਰੈਟੋਸਫੀਅਰ, ਮੀਜ਼ੋਸਫੀਅਰ ਜਾਂ ਆਇਨੋਸਫੀਅਰ? ਇਹ ਹੁੰਦੀ ਜੀ ਆਇਨੋਸਫੀਅਰ, ਕਿਉਂਕਿ ਆਇਨੋਸਫੀਅਰ ਵਿੱਚ ਆਇਨ ਹੁੰਦੇ ਆ ਤੇ ਆਇਨ ਰੇਡੀਓ ਵੇਵਸ ਦੀ ਡਿਫਲੈਕਸ਼ਨ ਲਈ ਬਹੁਤ ਲਾਹੇਵੰਦ ਆ। ਆਇਨੋਸਫੀਅਰ ਆ ਜੀ। ਇਹ ਧਰਤੀ ਦੀ ਬਾਹਰ ਵਾਲੀ ਪਰਤ ਨੂੰ ਕਹਿੰਦੇ ਜੀ, ਬਾਹਰ ਵਾਲੀ ਪਰਤ ਆਇਨੋਸਫੀਅਰ। ਠੀਕ ਹੈ ਜੀ। Given below are two statements, one labeled as assertion ਤੇ ਦੂਸਰੀ ਕੀ ਹੈ? ਰੀਜ਼ਨ। ਦੇਖੋ ਜੀ, areas near the equator receive rainfall throughout the year। ਇਹ ਗੱਲ ਹੈ ਜੀ। ਭੂਮੱਧ ਰੇਖਾ, ਇਕੁਏਟਰ ਕੀ ਹੁੰਦੀ? ਭੂਮੱਧ ਰੇਖਾ। ਇਸ ਏਰੀਏ ਦੇ ਲਾਗੇ ਸਾਰਾ ਸਾਲ ਮੀਂਹ ਪੈਂਦਾ ਜੀ। ਠੀਕ ਹੈ ਜੀ। ਹਾਈ ਟੈਂਪਰੇਚਰਸ ਐਂਡ ਹਾਈ ਹਿਊਮਿਡਿਟੀ। ਇਸ ਏਰੀਏ ਵਿੱਚ ਟੈਂਪਰੇਚਰ ਵੀ ਜ਼ਿਆਦਾ ਹੁੰਦਾ ਕਿਉਂਕਿ ਸੂਰਜ ਦੀ ਕਿਰਨਾਂ ਸਿੱਧੀਆਂ ਪੈਂਦੀਆਂ ਤੇ ਹਿਊਮਿਡਿਟੀ ਵੀ ਜ਼ਿਆਦਾ ਹੁੰਦੀ ਆ। ਆਪਣੇ ਮੋਇਸਚਰ ਜ਼ਿਆਦਾ ਹੁੰਦਾ ਜੀ ਏਅਰ ਵਿੱਚ। ਕਾਜ਼ ਕਨਵੈਕਸ਼ਨਲ ਰੇਨ ਇਨ ਦਾ ਮੋਸਟ ਆਫਟਰਨੂਨਸ ਨੀਅਰ ਦਾ ਇਕੁਏਟਰ। ਲਗਭਗ ਜਾਂ ਆਮ ਤੌਰ ਤੇ ਦੁਪਹਿਰੋਂ ਬਾਅਦ ਇੱਥੇ ਮੀਂਹ ਪੈ ਜਾਂਦਾ। ਟੈਂਪਰੇਚਰ ਵੀ ਜ਼ਿਆਦਾ ਹੁੰਦਾ ਤੇ ਮੀਂਹ ਵੀ ਬੜੇ ਪੈਂਦੇ। ਇਹ ਵੀ ਗੱਲ ਸਹੀ ਹੈ ਜੀ। ਆਂਸਰ ਇਹ ਆ ਜੀ, ਇਹ ਦੋਨੋਂ ਸਹੀ ਆ ਤੇ ਆਰ ਉਹਦੀ ਕਰੈਕਟ ਐਕਸਪਲੇਨੇਸ਼ਨ ਆ। ਕਨਵੈਕਸ਼ਨਲ ਰੇਨ ਕੀ ਹੁੰਦੀ ਆ? ਕਨਵੈਕਸ਼ਨਲ ਰੇਨ ਜਿੱਦਾਂ ਕਿ ਜਿੱਥੇ ਗਰਮੀ ਪੈਂਦੀ ਆ ਉੱਥੋਂ ਐ ਉੱਪਰ ਨੂੰ ਜਾਂਦੀ ਆ। ਠੀਕ ਹੈ ਜੀ। ਪਾਣੀ ਬਾਸ਼ਪ ਬਣ ਕੇ ਤੇ ਉੱਤੇ ਜਾ ਕੇ ਠੰਡਾ ਹੋ ਕੇ ਰੇਨ ਕਰ ਦਿੰਦਾ ਜੀ ਥੱਲੇ, ਉਹਨੂੰ ਕਹਿੰਦੇ ਕਨਵੈਕਸ਼ਨਲ ਰੇਨ। ਦੋਨੋਂ ਸਹੀ ਹੈ ਜੀ, ਦੋਨੋਂ ਸਹੀ ਹੈ। ਕਹਿੰਦਾ ਡਿਊ ਟੂ ਹਾਈ ਟੈਂਪਰੇਚਰ ਦਾ ਐਟਮੋਸਫੇਰਿਕ ਏਅਰ ਗੈਟਸ ਹੀਟਡ ਐਂਡ ਰਾਈਜ਼ਸ ਅਪ। ਠੀਕ ਹੈ ਜੀ। ਐਟਮੋਸਫੇਅਰ ਵਾਲੀ ਜਿਹੜੀ ਏਅਰ ਆ ਉਹ ਗਰਮ ਹੋ ਜਾਂਦੀ ਤੇ ਉੱਪਰ ਨੂੰ ਜਾਂਦੀ ਆ। ਉੱਪਰ ਜਾ ਕੇ ਫਿਰ ਉਹ ਠੰਡੀ ਹੋ ਜਾਂਦੀ ਆ ਅਤੇ ਪ੍ਰੈਸੀਪੀਟੇਟ ਕਰ ਦਿੰਦੀ ਆ। ਤੇ ਜਿਹੜੀ ਕੂਲ ਏਅਰ ਆ ਉਹ ਥੱਲੇ ਆ ਜਾਂਦੀ ਆ। ਮਤਲਬ ਕਨਵੈਕਸ਼ਨ ਰੇਨ ਹੁੰਦੀ ਹੈ ਜੀ। ਕਨਵੈਕਸ਼ਨਲ ਰੇਨ, ਗਰਮ ਹਵਾ ਉੱਪਰ ਜਾਂਦੀ ਹੈ, ਠੰਡੀ ਹੁੰਦੀ ਹੈ ਤੇ ਫਿਰ ਰੇਨ ਹੁੰਦੀ ਹੈ ਜੀ, ਪ੍ਰੈਸੀਪੀਟੇਸ਼ਨ ਹੁੰਦੀ ਹੈ। ਦੇਖੋ ਜੀ, ਅਸਰਸ਼ਨ ਕਹਿੰਦੇ ਆ ਮੈਂਗਰੂਵਸ ਆਰ ਵੈਰੀ ਸਪੈਸ਼ਲਾਈਜ਼ਡ ਫੋਰੈਸਟ ਇਕੋਸਿਸਟਮਸ ਔਰ ਟ੍ਰੋਪੀਕਲ ਐਂਡ ਸਬ ਟ੍ਰੋਪੀਕਲ ਰੀਜਨਸ। ਦੇਖੋ ਨਾ, ਆਪਾਂ ਗੱਲ ਕੀਤੀ ਕਿ ਭੂਮੱਧ ਰੇਖਾ ਦੇ 30-35 ਡਿਗਰੀ ਉੱਪਰ ਤੇ ਥੱਲੇ ਵਾਲੇ ਰੀਜਨ ਨੂੰ ਕਹਿੰਦੇ ਟ੍ਰੋਪੀਕਲ ਤੇ ਉਹਦੇ ਨਾਲ ਵਾਲੇ ਰੀਜਨ ਨੂੰ ਕਹਿੰਦੇ ਦਿੰਦੇ ਆ ਸਬ ਟ੍ਰੋਪੀਕਲ ਰੀਜਨ। ਇਸ ਏਰੀਏ ਵਿੱਚ ਮੈਂਗਰੂਵ ਫੋਰੈਸਟ ਹੁੰਦੇ ਆ ਜੀ। ਹਾਂ, ਇਹ ਗੱਲ ਸਹੀ ਹੈ ਜੀ। ਇਹ ਆਪਣੇ ਆਪ 'ਚ ਬੜੇ ਸਪੈਸ਼ਲਾਈਜ਼ਡ ਫੋਰੈਸਟ ਹੁੰਦੇ ਆ ਜੀ, ਸਮੁੰਦਰ ਕੰਢੇ ਪਾਏ ਜਾਂਦੇ ਆ। ਦੇ ਸਟੇਬਲਾਈਜ਼ ਦਾ ਸ਼ੋਰ ਲਾਈਨ ਐਂਡ ਐਕਟ ਐਜ਼ ਬੁਲਵਾਰਕ ਅਗੇਂਸਟ ਐਨਕਰੋਚਮੈਂਟ ਬਾਈ ਦਾ ਸੀ। ਜੇ ਸਮੁੰਦਰੋਂ ਤੂਫਾਨ ਵਗੈਰਾ ਆ ਗਿਆ, ਠੀਕ, ਤੇ ਉਦੋਂ ਤੋਂ ਸਾਨੂੰ ਪ੍ਰੋਟੈਕਸ਼ਨ ਕਰਦੀ ਆ। ਸ਼ੋਰ ਲਾਈਨ ਜਿਹੜੇ ਹੁੰਦੇ ਤੁਹਾਡਾ ਕੋਸਟਲ ਜਿਹੜਾ ਹੁੰਦਾ ਨਾ ਜ਼ਮੀਨ ਦਾ, ਕੋਸਟ ਜਿਹੜਾ ਹੁੰਦਾ ਤੱਟ ਹੁੰਦਾ ਆ, ਉਹਨੂੰ ਵੀ ਸਟੇਬਲਾਈਜ਼ ਰੱਖਦੀ ਆ। ਇਹ ਤੁਸੀਂ ਪੜ੍ਹਿਆ ਹੋਣਾ, ਜਿਹੜਾ ਮੰਨ ਲਓ
एक पासे इत्थे मैंग्रोव फॉरेस्ट लगे आ तो इधरों जे समुद्री लहरां आंदियां तो मैंग्रोव फॉरेस्ट ये लहरां तो इस एरिए नूं बचाउंदे आ ते इसदी शोर लाइन तो स्टेबलाइज रखते आ। ठीक, ते नहीं तो की होऊगा, समुद्र दी लहरां आऊगियां मिट्टी नूं खोड़ के अपने विच लै जाऊगियां। ये भी गल है जी, आंसर ये है जी। देखो ना, ये गल्लां करके जिहड़ा मैंग्रोव आ वो बड़ा स्पैशलाइज्ड फॉरेस्ट आ, ਇਹਦੇ ਇੱਕ ਆਪਣੇ ਗੁਣ ਆ। ਬਾਕੀ ਤੁਸੀਂ ਧਿਆਨ ਨਾਲ ਦੇਖਣਾ, ਇਹਦਾ ਆਨਸਰ ਨਾ A ਤੇ B ਵਿੱਚ ਇੱਕ ਹੋਣਾ ਆ, ਕਿਉਂਕਿ ਸਟੇਟਮੈਂਟ ਆ ਦੋਨੋਂ ਟਰੂ ਆ। ਸਟੇਟਮੈਂਟ ਆ ਦੋਨੋਂ ਟਰੂ ਆ ਕਿ ਜਿਹੜਾ R ਆ ਰੀਜ਼ਨ ਆ ਉਹ A ਨੂੰ ਐਕਸਪਲੇਨ ਕਰਦਾ, ਤੇ ਆਮ ਤੌਰ ਤੇ ਬਾਕੀ ਜੋ ਬੁੱਕਸ ਆ ਉਹਨਾਂ 'ਚ ਲਿਖਿਆ ਗਿਆ ਹਾਂ ਜੀ ਕਰਦਾ। ਆਨਸਰ ਇਹ ਦਿੱਤਾ ਗਿਆ ਜੀ ਮੋਸਟ ਕੋਚਿੰਗ ਵਾਲਿਆਂ ਨੇ। ਠੀਕ ਹੈ ਜੀ। ਡਾਇਮੰਡ ਰਿੰਗ ਦੱਸੋ ਜੀ। ਡਾਇਮੰਡ ਰਿੰਗ ਆ, ਡਾਇਮੰਡ ਦੀ ਰਿੰਗ ਜਿਹੜੀ ਅਸੀਂ ਪਾਉਂਦੇ ਆ ਇਹ ਨਹੀਂ, ਇਹ ਆਪਣਾ ਜੋਗਰਾਫੀ ਦਾ ਫਿਨੋਮਨਾ ਆ। ਡਾਇਮੰਡ ਰਿੰਗ ਕੀ ਆ, ਇਸ ਦੇ ਫਿਨੋਮਨਾ ਆਬਜ਼ਰਵਡ ਕਦੋਂ ਦੇਖਿਆ ਜਾਂਦਾ ਜੀ। ਆਨਸਰ ਹੈ ਜੀ ਸੀ, ਓਨਲੀ ਅਲੋਂਗ ਦਾ ਪੈਰੀਫੇਰਲ ਰੀਜਨਸ ਆਫ ਦਾ ਟੋਟੈਲਿਟੀ ਟ੍ਰੇਲ। ਆ ਦੇਖੋ ਪਹਿਲਾਂ ਸਮਝ ਲਈਏ, ਆ ਜਦੋਂ ਸੂਰਜ ਗ੍ਰਹਿਣ ਲੱਗਦਾ, ਚੰਦਰਮਾ ਸੂਰਜ ਨੂੰ ਢੱਕ ਲੈਂਦਾ, ਤਾਂ ਸ਼ੁਰੂਆਤ ਵਿੱਚ ਤਾਂ ਐਂਡ ਵਿੱਚ ਇਸ ਤਰ੍ਹਾਂ ਜਦੋਂ ਸੂਰਜ ਬਾਹਰ ਆਉਂਦਾ ਆ ਤਾਂ ਇੱਥੇ ਲੱਗਦਾ ਸਾਨੂੰ ਆ ਪੂਰਾ, ਦੇਖੋ ਧਿਆਨ ਨਾਲ, ਇੱਕ ਮੁੰਦਰੀ ਟਾਈਪ ਨਹੀਂ ਲੱਗ ਗਿਆ। ਆ ਕੀ ਆ, ਮੁੰਦਰੀ ਦੇ ਉੱਤੇ ਇੱਦਾਂ ਲੱਗਦਾ ਜਿੱਦਾਂ ਹੀਰਾ ਜੜਿਆ ਹੋਵੇ। ਆ ਮੁੰਦਰੀ ਦਾ ਕੀ ਲੱਗ ਗਈ, ਗੁਲਾਈ ਜਿਹੀ, ਸਾਨੂੰ ਲੱਗਦਾ ਇਹ ਡਾਇਮੰਡ ਰਿੰਗ ਬਣ ਗਿਆ। ਠੀਕ, ਤੇ ਇਹਨੂੰ ਕਹਿੰਦੇ ਡਾਇਮੰਡ ਰਿੰਗ। ਇਹ ਦੇਖ ਲੈਣਾ, ਤੁਸੀਂ ਪੜ੍ਹ ਲੈਣਾ ਜੀ। ਆਹ which one of the following factors is responsible for the change in the regular direction of the ocean currents in the Indian Ocean? ਦੱਸੋ ਜੀ। ਇੰਡੀਅਨ ਓਸ਼ਨ ਵਿੱਚ ਜਿਹੜੀ ਲਹਿਰਾਂ ਚੱਲਦੀਆਂ ਜੀ ਉਹ ਰੈਗੂਲਰਲੀ ਆਪਣੀ ਡਾਇਰੈਕਸ਼ਨ ਚੇਂਜ ਕਰਦੀਆਂ, ਆਪਣੀ ਦਿਸ਼ਾ ਚੇਂਜ ਕਰਦੀ ਹੈ ਜੀ। ਇਹਦਾ ਮੇਨ ਫੈਕਟਰ ਕੀ ਹੈ ਜੀ, ਮੇਨ ਕਾਰਨ ਕੀ ਆ? ਇਹਦਾ ਮੇਨ ਕਾਰਨ ਆ ਜੀ ਇੰਡੀਅਨ ਓਸ਼ਨ ਹੈਜ਼ ਮਾਨਸੂਨ ਡ੍ਰਿਫਟ। ਜਿਹੜਾ ਇੰਡੀਅਨ ਓਸ਼ਨ ਵਿੱਚ ਤੁਹਾਨੂੰ ਪਤਾ ਕਿ ਭਾਰਤ ਦਾ ਜਿਹੜਾ ਮੌਸਮ ਆ ਮਾਨਸੂਨ ਟਾਈਪ ਆ। ਇੱਕ ਵਾਰੀ ਲਹਿਰਾਂ ਜਾਂ ਆਪਾਂ ਕਹਿੰਦੇ ਹਵਾਵਾਂ, ਹੈ ਨਾ, ਹਵਾਵਾਂ ਉਹ ਚੱਲਦੀਆਂ ਸਮੁੰਦਰ ਤੋਂ ਜ਼ਮੀਨ ਵੱਲ ਨੂੰ, ਫਿਰ ਜ਼ਮੀਨ ਤੋਂ ਸਮੁੰਦਰ ਵੱਲ ਨੂੰ। ਇਸ ਕਰਕੇ ਜਿਹੜੇ ਸਾਡੇ ਇੱਥੇ ਇੰਡੀਅਨ ਓਸ਼ਨ, ਸਾਡੇ ਜਿਹੜਾ ਮਹਾਸਾਗਰ ਆ, ਇਹਦੀਆਂ ਲਹਿਰਾਂ ਵੀ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦੀਆਂ ਇਸ ਮਾਨਸੂਨ ਕਰਕੇ, ਕਿਉਂਕਿ ਹਵਾ ਜਦੋਂ ਚੱਲੇਗੀ ਉਹ ਪਾਣੀ ਦੇ ਵਹਾਵ ਨੂੰ ਵੀ ਚੇਂਜ ਕਰਦੀ ਆ। Due to the monsoon drift of Indian Ocean, its regular direction of the ocean currents changes twice in a year। ਠੀਕ ਹੈ ਜੀ। ਡੇਲੀ ਵੈਦਰ ਮੈਪ, ਰੋਜ਼ ਦਾ ਜਿਹੜਾ ਆਪਾਂ ਮੈਪ ਦੇਖਦੇ ਹਾਂ ਟੀਵੀ 'ਚ, ਜਿਹੜਾ ਮੌਸਮ ਦਾ ਹਾਲ ਆਉਂਦਾ ਆ, ਵੈਦਰ ਮੈਪ ਦਿਖਾਇਆ ਜਾਂਦਾ, ਉਹਦੇ ਵਿੱਚ ਸ਼ੋਇੰਗ ਆਸੋਬਾਰਸ, ਉਹਦੇ ਵਿੱਚ ਇਹ ਲਾਈਨਾਂ ਜਿਹੀਆਂ ਦਿਖਾਈਆਂ ਜਾਂਦੀਆਂ ਇੱਦਾਂ। ਇਹ ਲਾਈਨਾਂ ਹੁੰਦੀਆਂ ਜੀ ਅਜਿਹੇ ਪੁਆਇੰਟ ਜਿੱਥੇ ਪ੍ਰੈਸ਼ਰ ਸੇਮ ਆ, ਆਈਸੋਬਾਰਸ ਇਜ਼ ਐਨ ਐਗਜ਼ਾਮਪਲ ਆਫ। ਇਹ ਕਿਸ ਚੀਜ਼ ਦੀ ਉਦਾਹਰਣ ਹੈ ਜੀ? ਇਹ ਹੈ ਜੀ ਆਈਸੋਪਲੈਥ ਮੈਪ ਦੀ ਉਦਾਹਰਣ ਹੈ ਜੀ। ਆਈਸੋਪਲੈਥ ਮੈਪ ਪੜ੍ਹ ਲੈਂਦੇ ਜੀ। ਡੇਲੀ ਵੈਦਰ ਮੈਪ ਸ਼ੋਇੰਗ ਆਸੋਬਾਰਸ ਇਜ਼ ਐਨ ਐਗਜ਼ਾਮਪਲ ਆਫ ਆਈਸੋਪਲੈਥ ਮੈਪ। ਆਈਸੋਪਲੈਥ ਮੈਪ ਦੀ ਐਗਜ਼ਾਮਪਲ ਆ। ਅੱਗੇ ਗੱਲ ਆਉਂਦੀ ਜੀ ਆਈਸੋਪਲੈਥ ਮੈਪ। ਇਹ ਕੀ ਹੁੰਦਾ ਜੀ? ਆਈਸੋਪਲੈਥ ਮੈਪ ਸ਼ੋਜ਼ ਐਨ ਇਮੈਜਿਨਰੀ ਸਰਫੇਸ ਬਾਈ ਮੀਨਸ ਆਫ ਲਾਈਨਸ ਜੁਆਇਨਿੰਗ ਪੁਆਇੰਟਸ ਆਫ ਇਕੁਅਲ ਵੈਲਿਊਜ਼। ਅਜਿਹਾ ਮੈਪ ਜਿਹਦੇ ਵਿੱਚ ਜਿਹੜੀ ਲਾਈਨਾਂ ਹੁੰਦੀਆਂ ਉਹ ਕਿਸੇ ਇੱਕ ਵੈਲਿਊ ਨੂੰ ਦਰਸਾਉਂਦੀਆਂ, ਹੈ ਨਾ, ਵੀ ਹਾਂ ਵੀ ਇਸ ਪੁਆਇੰਟ 'ਤੇ ਪ੍ਰੈਸ਼ਰ ਸੇਮ ਆ, ਇਸ ਪੁਆਇੰਟ 'ਤੇ ਟੈਂਪਰੇਚਰ ਸੇਮ ਆ। ਤਾਂ ਇਸ ਸੇਮ ਪੁਆਇੰਟ ਵਾਲੇ ਜਿਹੜੇ ਹੁੰਦੇ ਨਾ, ਜਿੱਥੇ ਇੱਥੇ ਕੋਈ ਕਿਸੇ ਵੀ ਪੈਰਾਮੀਟਰ ਦੀ ਵੈਲਿਊ ਸੇਮ ਆ, ਅਤੇ ਉਹ ਪੁਆਇੰਟਾਂ ਨੂੰ ਅਸੀਂ ਜੋੜ ਦਿੰਦੇ ਹਾਂ ਅਤੇ ਜਿਹੜੀ ਲਾਈਨ ਮਿਲਦੀ ਆ ਉਹਨੂੰ ਕਹਿੰਦੇ ਜੀ ਆਈਸੋਪਲੈਥ ਮੈਪ। ਠੀਕ ਹੈ ਜੀ। ਇਸ ਤਰ੍ਹਾਂ ਦਾ ਮੈਪ ਜਿੱਥੇ ਕੀ ਆ, ਇਕੁਅਲ ਵੈਲਿਊਜ਼, ਜਿਸ ਪੁਆਇੰਟ 'ਤੇ ਵੈਲਿਊਜ਼ ਇਕੁਅਲ ਹੋਣ, ਸੇਮ ਹੋਣ। The group of small pieces of rock revolving around the sun between the orbits of Mars and Jupiter। ਦੱਸੋ ਜੀ। ਛੋਟੇ ਛੋਟੇ ਚੱਟਾਨਾਂ ਦੇ ਟੁਕੜੇ ਜਿਹੜੇ ਕਿ ਸਨ ਦੇ ਦੁਆਲੇ ਘੁੰਮਦੇ ਆ, ਕਿੱਥੇ? ਮਾਰਸ ਤੇ ਜੂਪੀਟਰ ਦੇ ਔਰਬਿਟ ਦੇ ਵਿਚਕਾਰ। ਉਹਨਾਂ ਨੂੰ ਕੀ ਕਹਿੰਦੇ ਆ ਜੀ? ਸਿੰਪਲ ਪ੍ਰਸ਼ਨ ਆ ਜੀ। ਉਹਨਾਂ ਨੂੰ ਕਹਿੰਦੇ ਜੀ ਐਸਟਰੋਇਡ। ਐਸਟਰੋਇਡ ਕਹਿੰਦੇ ਆ ਜੀ। ਯਾਦ ਰੱਖਿਓ ਜੀ, ਇਹ ਬਾਅਦ 'ਚ ਫਿਰ ਆਇਆ ਜੀ, ਇਹ ਵਾਰ ਵਾਰ ਰਿਪੀਟ ਹੋ ਜਾਂਦਾ। ਮਾਰਸ ਤੇ ਜੂਪੀਟਰ ਵਿੱਚ, ਮਾਰਸ ਹੋ ਗਿਆ ਮੰਗਲ, ਜੂਪੀਟਰ ਹੋ ਗਿਆ ਬ੍ਰਹਿਸਪਤੀ। ਇਫ ਦਾ ਅਰਥ ਡਾਇਰੈਕਸ਼ਨ ਆਫ ਰੋਟੇਸ਼ਨ ਇਜ਼ ਰਿਵਰਸਡ। ਦੱਸੋ ਜੀ। ਅਰਥ ਜੇ
ਘੁੰਮਦੀ ਘੁੰਮਦੀ ਉਲਟੀ ਘੁੰਮਣ ਲੱਗ ਜਾਏ, ਰੋਟੇਸ਼ਨ ਆਪਣੇ ਤੁਰੇ ਦੇ ਦੁਆਲੇ ਉਲਟਾ ਘੁੰਮਣ ਲੱਗ ਜਾਏ। What should be the IST when it is noon at the international date line? ਦੇਖੋ ਜੀ, ਜੇ ਇੰਟਰਨੈਸ਼ਨਲ ਡੇਟ ਲਾਈਨ ਤੇ ਹੈਗਾ ਆ 0, ਤੁਹਾਨੂੰ ਪਤਾ ਹੈ ਕਿ ਸਾਡਾ ਸਟੈਂਡਰਡ ਟਾਈਮ ਕਿੰਨਾ ਹੁੰਦਾ ਆ 5.5 ਘੰਟੇ ਅੱਗੇ, ਸਾਡੇ ਕਿੰਨਾ ਹੁੰਦਾ ਜੀ ਸਵੇਰ ਦੇ 5.5 ਘੰਟੇ ਵੱਜ ਗਏ। ਠੀਕ ਹੈ ਜੀ। ਹੁਣ ਗੱਲ ਆਉਂਦੀ ਆ ਕਿ ਜੇ ਅਰਥ ਉਲਟੀ ਘੁੰਮਣ ਲੱਗ ਜਾਏ ਤਾਂ ਜ਼ਾਹਿਰ ਜੀ ਗੱਲ ਆ, ਜੇ ਹੁਣ ਅਸੀਂ 5.5 ਘੰਟੇ ਅੱਗੇ ਹਾਂ ਤਾਂ ਫਿਰ ਅਸੀਂ ਕੀ ਹੋ ਜਾਣਾ 5.5 ਘੰਟੇ ਪਿੱਛੇ। ਤਾਂ ਜੇ ਉੱਥੇ 12 ਵਜੇ ਆ ਤਾਂ ਸਾਡੇ ਕਿੰਨੇ ਵੱਜਣੇ ਆ 12 ਚੋਂ 5.5 ਘੰਟੇ ਘਟਾ ਦਿਓ, ਆ ਜਾਣਾ ਜੀ ਆਂਸਰ 6.5। Which one of the following stars is nearest to the earth? ਦੱਸੋ ਜੀ, ਧਰਤੀ ਦੇ ਲਾਗੇ ਕਿਹੜਾ ਸਭ ਤੋਂ ਹੈਗਾ ਜੀ ਤਾਰਾ? ਇਹ ਹੈ ਜੀ ਸਨ, ਕਿਉਂਕਿ ਧਰਤੀ ਸੋਲਰ ਸਿਸਟਮ ਦਾ ਇੱਕ ਪਾਰਟ ਆ, ਤਾਂ ਸਾਡੇ ਲਾਗੇ ਸਭ ਤੋਂ ਕਰੀਬੀ ਤਾਰਾ ਹੈ ਜੀ ਸੂਰਜ। ਸੂਰਜ ਇੱਕ ਤਾਰਾ ਆ। ਜੇ ਪੁੱਛ ਲਿਆ ਜਾਵੇ ਕਿ ਸੂਰਜ ਤੋਂ ਇਲਾਵਾ ਕਿਹੜਾ ਤਾਰਾ ਸਾਡੇ ਲਾਗੇ ਹੈ ਜੀ ਧਰਤੀ ਦੇ, ਉਹ ਹੈ ਜੀ ਅਲਫਾ ਸੈਂਚੁਰੀ। Which one of the following conditions is most relevant for the presence of life on Mars? ਦੱਸੋ ਜੀ, ਅਸੀਂ ਗੱਲਾਂ ਕਰਦੇ ਹਾਂ ਕਿ ਮੰਗਲ ਗ੍ਰਹਿ ਤੇ ਜੀਵਨ ਹੈ ਨਹੀਂ ਹੈ, ਇਸ ਬਾਰੇ ਕਾਫੀ ਗੱਲਾਂ ਹੋ ਰਹੀਆਂ। ਆ ਦੇਖੋ 97 'ਚ ਪ੍ਰਸ਼ਨ ਪੁੱਛਿਆ ਜੀ, ਹੁਣ ਵੀ ਗੱਲਾਂ ਹੋ ਰਹੀਆਂ। ਤਾਂ ਕਹਿੰਦਾ ਕਿਹੜੀ ਕੰਡੀਸ਼ਨ ਜ਼ਿਆਦਾ ਰੈਲੀਵੈਂਟ ਆ? ਸਾਇੰਟਿਸਟ ਕਹਿੰਦੇ ਆ ਕਿ ਸਾਨੂੰ ਪਾਣੀ ਚਾਹੀਦਾ ਉੱਥੇ, ਚਾਹੇ ਆਈਸ ਕੈਪ ਦੇ ਰੂਪ ਵਿੱਚ, ਚਾਹੇ ਫਰੋਜ਼ਨ ਹੋਵੇ, ਸਾਨੂੰ ਉੱਥੇ ਪਾਣੀ ਮਿਲ ਗਿਆ, ਇਹਦਾ ਮਤਲਬ ਉੱਥੇ ਜੀਵਨ ਹੈ। ਬਾਕੀ ਚੀਜ਼ਾਂ ਅਰਥ ਦੇ ਕੰਪੈਰੀਜ਼ਨ ਆ ਜੀ, ਕੰਪੈਰੀਟੇਬਲ ਆ, ਅਰਥ ਦੇ ਬਰਾਬਰ ਜਿਹੀਆਂ ਜੀ। ਐਟਮੋਸਫੇਰਿਕ ਕੰਪੋਜੀਸ਼ਨ, ਥਰਮਲ ਕੰਡੀਸ਼ਨਸ, ਗਰਮੀ ਵਗੈਰਾ ਹੈ ਨਾ, ਉਹਨਾਂ ਦਾ ਐਟਮੋਸਫੇਅਰ ਵੀ ਹੈ, ਅਤੇ ਇਹ ਸਭ ਚੀਜ਼ਾਂ ਅਰਥ ਦੇ ਬਰਾਬਰ ਜਿਹੀਆਂ ਆ, ਕੰਪੇਰੇਬਲ ਆ। ਮੇਨ ਗੱਲ ਆ ਕਿ ਪਾਣੀ ਦੀ ਪੁਸ਼ਟੀ ਨਹੀਂ ਹੋ ਰਹੀ, ਇੱਥੇ ਕੁੰਡੀ ਅੜੀ ਆ। ਤਾਂ ਜੇ ਪਾਣੀ ਦੀ ਕੁੰਡੀ ਹਟ ਜਾਏ, ਮਤਲਬ ਪਾਣੀ ਉੱਥੇ ਮਿਲ ਜਾਏ, ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਲਾਈਫ ਹੈ। ਆਹ ਗੱਲ ਆ ਜੀ ਸੀ। ਪੁਰਾਣਾ ਪ੍ਰਸ਼ਨ ਹੋ ਗਿਆ ਹੁਣ ਤਾਂ ਇਹ ਕਾਫੀ। ਅੱਗੇ ਦੇਖੋ ਜੀ, ਮੰਗਲ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿਸ ਦਾ ਦਿਨ ਦੇ ਸਮੇਂ ਦਾ ਤਾਪਮਾਨ ਸਮਾਨ ਹੈ ਅਤੇ ਧਰਤੀ ਦੇ ਸਮਾਨ ਵਾਯੂਮੰਡਲ ਹੈ। ਮੰਗਲ ਤੇ ਜੀਵਨ ਦੀ ਮੌਜੂਦਗੀ ਲਈ ਸਭ ਤੋਂ ਢੁਕਵੀਂ ਸਥਿਤੀ ਜਮੀ ਹੋਈ ਬਰਫ਼ ਅਤੇ ਜਮੇ ਹੋਏ ਪਾਣੀ ਦੀ ਮੌਜੂਦਗੀ ਹੈ। ਕੰਸੀਡਰ ਦਾ ਮੈਪ ਗਿਵਨ ਬਿਲੋ। ਆਹ ਦੇਖੋ ਜੀ, ਇੱਕ ਮੈਪ ਦਿੱਤਾ ਜੀ, ਇਹਦੇ ਵਿੱਚ ਆ ਲਿਖਿਆ ਜੀ 1 2 ਠੀਕ 3 4। ਅੱਛਾ ਜੀ, ਆਫ ਦਾ 4 ਸ਼ੇਡਡ ਏਰੀਆਜ਼ ਇਨ ਦਾ ਮੈਪ, ਇੱਥੇ ਕੀ ਹੈ ਸ਼ੇਡ ਕੀਤੀ ਗਈ ਆ। ਆਹ ਦੇਖੋ ਕਾਲਾ ਕਾਲਾ ਆ ਜੇ ਨਾ, ਇਹਦਾ ਸ਼ੇਡ ਜੀ ਬਣਾਈ ਗਿਆ। ਅੱਛਾ ਜੀ, which is characterized by hot dry summers, mild and moist winters and seasonal reversal of wind। ਕਿਹੜੇ ਏਰੀਏ ਵਿੱਚ ਜਿਹੜੀਆਂ ਗਰਮੀਆਂ ਆ ਉਹ ਗਰਮ ਤੇ ਡਰਾਈ ਆ, ਭਾਵ ਉਸਲਾ ਮੀਂਹ ਨਹੀਂ ਪੈਂਦਾ। ਜਿਹੜੀਆਂ ਸਰਦੀਆਂ ਆ ਉਹ ਇੰਨੀਆਂ ਜ਼ਿਆਦਾ ਠੰਡੀਆਂ ਨਹੀਂ ਹੈਗੀਆਂ, ਅਤੇ ਹਾਂ ਥੋੜ੍ਹਾ ਬਹੁਤ ਮੀਂਹ ਵੀ ਪੈ ਜਾਂਦਾ, ਮੋਇਸਟ ਵੀ ਆ। ਅਤੇ ਸੀਜ਼ਨਲ ਰਿਵਰਸਲ ਆਫ ਵਾਈਂਡਸ ਹੁੰਦੀਆਂ ਜੀ, ਜਿਹੜੀਆਂ ਆਪਣੀਆਂ ਹਵਾਵਾਂ ਆ ਉਸ ਸੀਜ਼ਨ ਦੇ ਹਿਸਾਬ ਨਾਲ ਚੇਂਜ ਹੋ ਜਾਂਦੀਆਂ, ਰਿਵਰਸ ਹੋ ਜਾਂਦੀਆਂ। ਠੀਕ, ਇਹ ਗੱਲ ਹੋ ਰਹੀ ਹੈ ਜੀ ਕੈਲੀਫੋਰਨੀਆ ਦੀ। ਕੈਲੀਫੋਰਨੀਆ ਵਿੱਚ ਇਸ ਤਰ੍ਹਾਂ ਦਾ ਹੈ ਜੀ ਮੌਸਮ। ਤਾਂ ਆਨਸਰ ਹੋ ਗਿਆ ਜੀ ਏ। In the given world map, one refers to hot, dry summers, mild and moist winters in California, USA. Consider the following statements regarding asteroids. Asteroids ਅਸੀਂ ਪੜ੍ਹਿਆ ਕੀ ਸੀ ਜੀ, ਇਹ ਪੱਥਰ ਆ ਜੀ ਜਿਹੜੇ ਕਿ ਮਾਰਸ ਤੇ ਜੂਪੀਟਰ ਦੇ ਆਰਬਿਟ ਦੇ ਵਿੱਚ ਘੁੰਮਦੇ ਆ ਜੀ, ਪੱਥਰ। Asteroids are rocky debris of varying size orbiting the sun. ਸਨ ਦੇ ਦੁਆਲੇ ਘੁੰਮਦੇ ਆ ਜੀ, ਪੱਥਰ ਦੇ ਟੁਕੜੇ ਆ, ਅਲੱਗ ਅਲੱਗ ਇਹਨਾਂ ਦੇ ਸਾਈਜ਼ ਆ। ਗੱਲ ਸਹੀ ਹੈ, ਪਹਿਲੀ ਸਟੇਟਮੈਂਟ ਸਹੀ ਹੈ ਜੀ। ਮੋਸਟ ਆਫ ਦਾ ਐਸਟਰੋਇਡਸ ਆਰ ਸਮਾਲ, ਜ਼ਿਆਦਾਤਰ ਇਹ ਛੋਟੇ ਆ, ਬਟ ਸਮ ਹੈਵ ਡਾਇਆਮੀਟਰ ਐਜ਼ ਲਾਰਜ ਐਜ਼ 1000 ਕਿਲੋਮੀਟਰ। ਪਰ ਕੋਈ 1000 ਕਿਲੋਮੀਟਰ ਦੇ ਡਾਇਆਮੀਟਰ ਵਾਲੇ ਵੀ ਹਨ। ਠੀਕ ਹੈ ਜੀ, ਛੋਟੇ ਵੀ ਆ ਵੱਡੇ ਵੀ ਆ, ਇਹ ਵੀ ਗੱਲ ਸਹੀ ਹੈ। The orbit of asteroids lies between the orbits of Jupiter and Saturn। ਨਾ ਜੀ, ਅਸੀਂ ਹੁਣ ਹੀ ਪੜ੍ਹਿਆ ਮਾਰਸ ਤੇ ਜੂਪੀਟਰ ਵਿੱਚ ਹੈ ਜੀ ਇਹ। ਤੀਜੀ ਹੋ ਗਈ ਸਟੇਟਮੈਂਟ ਗਲਤ, ਚੱਕੋ। ਆਨਸਰ ਆ ਜੀ 1 and 2 ਕਰੈਕਟ ਹੈ ਜੀ। ਜੇ ਤੀਸਰੀ ਦਾ ਪਤਾ ਤਾਂ ਆਨਸਰ ਆ ਗਿਆ। ਹਾਂ ਦੇਖ ਲਓ ਜੀ, ਮੈਚ ਦਾ ਰਿਵਰਸ ਲੈਵਲਡ ਐਜ਼ A, B, C and D on the given map with their names given in the list and select the correct answer using the course given below the list। ਦੱਸੋ ਜੀ, A, B ਹੈ ਨਾ, ਆ C ਤੇ ਆ D। ਆ ਨਾ ਆ ਜਿਹੜਾ ਆ ਨਦੀਆਂ ਆ, ਠੀਕ ਆ, ਆ ਨਦੀਆਂ ਆ ਜੀ।
ਆਹ ਨਦੀ ਆ, ਆਹ ਸੀ ਨਦੀ ਆ ਜੀ, ਇੱਥੇ ਡੀ ਨਦੀ ਆ ਜੀ। ਆਪਾਂ ਦੱਸਣਾ ਜੀ ਇਹਨਾਂ ਨਦੀਆਂ ਦੇ ਕੀ ਨਾਮ ਆ, ਨਦੀਆਂ ਦੇ ਕੀ ਨਾਮ ਆ। ਥੋੜ੍ਹਾ ਟਫ ਹੋ ਗਿਆ ਜੀ ਇਹ, ਜੇ ਆਉਂਦੇ ਤਾਂ ਠੀਕ ਆ, ਨਹੀਂ ਤਾਂ ਛੱਡ ਦਿਓ। ਠੀਕ ਹੈ, ਬੀ ਆਨਸਰ ਆ ਜੀ ਇਹਦਾ। ਜਿਹੜੀ ਤਾਂ ਏ ਆ ਉਹ ਹੈਗੀ ਜੀ ਯੂਕੋਨ। ਬੇਸਿਕਲੀ ਇਹ ਨਾਰਥ ਅਮੈਰੀਕਾ ਅਤੇ ਸਾਊਥ ਅਮੈਰੀਕਾ ਦੀ ਗੱਲ ਹੋ ਰਹੀ ਹੈ। ਏ ਹੈ ਜੀ ਯੂਕੋਨ, ਬੀ ਹੈ ਜੀ ਮੈਕੈਂਜੀ, ਸੀ ਹੈ ਜੀ ਸੇਂਟ ਲਾਰੈਂਸ ਅਤੇ ਡੀ ਹੈ ਜੀ ਓਰੀਨੋਕੋ। ਇਹ ਤੁਸੀਂ ਥੋੜ੍ਹਾ ਦੇਖ ਲੈਣਾ, ਕਿਉਂਕਿ ਇਹ ਪ੍ਰਸ਼ਨ ਰਿਪੀਟ ਹੋ ਸਕਦਾ ਹੈ ਸਟੇਟ ਲੈਵਲ ਦੇ ਐਗਜ਼ਾਮ ਵਿੱਚ। ਅੱਗੇ ਦੇਖ ਲਓ। ਠੀਕ ਹੈ ਜੀ, ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।